ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨਾਂ ਦੇ ਮਾਲਕ, ਜਗ ਦੀ ਜੋਤ ਜਾਹਰਾ ਜਹੂਰ ਹਾਜ਼ਰਾ ਹਜ਼ੂਰ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ। ਆਪ ਸਮੂਹ ਸਿੱਖ ਸੰਗਤਾਂ, ਨੌਜਵਾਨ ਵੀਰ, ਅੱਜ ਉਸ ਯੋਧੇ ਨੂੰ ਯਾਦ ਕਰ ਰਹੇ ਹੋ ਜਿਸ ਯੋਧੇ ਨੇ ਆਪਣੀ ਐਸ਼ੋ ਆਰਾਮ ਵਾਲੀ ਜ਼ਿੰਦਗੀ ਛੱਡ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਸਾਡੇ ਉੱਪਰ ਪਏ ਹੋਏ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਦੀ ਗੱਲ ਕੀਤੀ। ਉਸ ਵੀਰ ਯੋਧੇ ਨੂੰ ਸੰਦੀਪ ਸਿੰਘ ਦੀਪ ਸਿੱਧੂ, ਉਸ ਨੂੰ ਯਾਦ ਕਰ ਰਹੇ ਹੋ। ਉਹਨਾਂ ਦੀ ਯਾਦ ਵਿੱਚ ਸਾਰੇ ਨਗਰ ਨੇ ਰਲ ਮਿਲ ਕਰਕੇ ਪਿਛਲੇ ਦਿਨਾਂ ਤੋਂ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਭੋਗ ਪਾਏ ਗਏ। ਆਓ ਆਪਾਂ ਆਪਣੇ ਇਸ ਵਿਰਾਸਤੀ ਫਖਰ ਨੂੰ ਇਤਿਹਾਸ ਦੇ ਪੰਨਿਆਂ ਰਾਹੀਂ ਯਾਦ ਕਰੀਏ। ਵਿਰਾਸਤੀ ਫਖਰ ਕੀ ਹੈ? ਇੱਕ ਗੱਲ ਯਾਦ ਰੱਖਿਓ, ਜਿਹੜੀ ਕੌਮ ਆਪਣੇ ਵਿਰਾਸਤ ਨੂੰ ਭੁੱਲ ਜਾਂਦੀ ਹੈ, ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ, ਉਹ ਕੌਮ ਹੌਲੀ ਹੌਲੀ ਦੁਨੀਆ ਦੇ ਨਕਸ਼ੇ ਤੋਂ ਖਤਮ ਵੀ ਹੋ ਜਾਂਦੀ ਹੈ। ਦੀਪ ਸਿੱਧੂ ਨੇ ਸਾਡੇ ਉਹਨਾਂ ਵਿਰਾਸਤੀ ਬੋਲਾਂ ਨੂੰ ਸਾਡੇ ਅੰਦਰ ਦੁਬਾਰਾ ਫੇਰ ਜਿਉਂਦਾ ਕੀਤਾ। ਸਾਡੇ ਅੰਦਰੋਂ ਮਰ ਚੁੱਕੀ ਜਜ਼ਬੇ ਦੀ ਭਾਵਨਾ ਨੂੰ ਦੁਬਾਰਾ ਫੇਰ ਜਿਉਂਦਿਆਂ ਕੀਤਾ ਵੀਰ ਦੀਪ ਸਿੱਧੂ ਨੇ। ਪਹਿਲਾਂ ਆਪਾਂ ਵਿਰਾਸਤੀ ਫਖਰ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਕੁਝ ਇਤਿਹਾਸ ਪਿਛੋਕੜ ਵਿੱਚ ਲੈ ਜਾਂਦਾ ਹੈ। ਜਿਸ ਤਰ੍ਹਾਂ ਵੀਰ ਦੀਪ ਸਿੱਧੂ ਦੀ ਮੌਤ ਹੋਈ, ਸਾਨੂੰ ਉਹ ਪੰਜਾਬ ਦਾ ਦੌਰ ਯਾਦ ਆਉਂਦਾ ਹੈ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾ ਕੰਵਰ ਨੌ ਨਿਹਾਲ ਸਿੰਘ ਦੇ ਉੱਪਰ ਛੱਜਾ ਸੁੱਟਿਆ ਗਿਆ ਧਿਆਨ ਸਿੰਘ ਡੋਗਰਿਆਂ ਵੱਲੋਂ। ਇਉਂ ਲੱਗਦਾ ਹੈ ਕਿ ਸਾਰੀ ਦੀ ਸਾਰੀ ਕਹਾਣੀ ਉਹੋ ਹੀ ਦੁਬਾਰਾ ਵਾਪਰੀ ਗਈ ਜੋ ਡੋਗਰੇ ਚਾਹੁੰਦੇ ਸਨ ਕਿ ਪੰਜਾਬ ਦੀ ਜਿਹੜੀ ਸੱਤਾ ਹੈ, ਪੰਜਾਬ ਦਾ ਜਿਹੜਾ ਰਾਜ ਭਾਗ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਉਹਦੇ ਪੁੱਤਰ ਨਾ ਕਰਨ, ਬਲਕਿ ਇਹ ਰਾਜ ਭਾਗ ਸਾਡੇ ਹੱਥ ਵਿੱਚ ਆਵੇ। ਧਿਆਨ ਸਿੰਘ ਡੋਗਰੇ ਨੇ ਕੰਵਰ ਨੌ ਨਿਹਾਲ ਸਿੰਘ ਨੂੰ ਮਾਰ ਕੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਇਸ ਗੱਦੀ ਦੇ ਉੱਪਰ ਬਿਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਉਹ ਵੀ ਆਪਾਂ ਜ਼ਿਕਰ ਅੱਗੇ ਕਰਾਂਗੇ। ਪਰ ਉਸ ਤੋਂ ਪਹਿਲਾਂ ਵਿਰਾਸਤੀ ਫਖਰ ਕੀ ਹੈ, ਅਸੀਂ ਇਹ ਵੀ ਪਹਿਲਾਂ ਦੇਖਾਂਗੇ। ਦੋ ਤਰ੍ਹਾਂ ਦੇ ਨਾਲ ਇਸ ਵਿਰਾਸਤ ਨੂੰ ਆਪਾਂ ਦੇਖਾਂਗੇ, ਇੱਕ ਹੈ ਸ਼ਸਤਰ ਤੇ ਦੂਸਰਾ ਹੈ ਸ਼ਾਸਤਰ। ਕੱਲਾ ਸ਼ਸਤਰ ਤੁਹਾਡੇ ਹੱਥ ਵਿੱਚ ਫੜਿਆ ਹੋਇਆ ਤਲਵਾਰ ਬਣੇਗਾ ਤੇ ਕੱਲੀ ਤਲਵਾਰ ਜਿਹੜੀ ਹੈ ਉਹ ਗਰੀਬ ਤੇ ਮਜ਼ਲੂਮ ਦੇ ਉੱਪਰ ਵੀ ਵਾਰ ਕਰੇਗੀ। ਖਿਆਲ ਕਰਿਓ, ਬਿਨਾਂ ਸ਼ਾਸਤਰਾਂ ਤੋਂ ਤੁਹਾਡੇ ਹੱਥ ਵਿੱਚ ਆਇਆ ਹੋਇਆ ਸ਼ਸਤਰ ਜਿਹੜਾ ਹੈ ਉਹ ਖਤਰਨਾਕ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸ਼ਾਸਤਰਾਂ ਦੀ ਵੀ ਲੋੜ ਹੈ, ਤੁਹਾਨੂੰ ਗਿਆਨ ਦੀ ਵੀ ਲੋੜ ਹੈ, ਤੁਹਾਨੂੰ ਇਲਮ ਦੀ ਵੀ ਲੋੜ ਹੈ, ਤੁਹਾਨੂੰ ਧਰਮ ਦੀ ਵੀ ਲੋੜ ਹੈ, ਤੁਹਾਨੂੰ ਅਧਿਆਤਮ ਦੀ ਵੀ ਲੋੜ ਹੈ। ਦੋ ਤਰ੍ਹਾਂ ਦੀ ਵਿਰਾਸਤ ਹੈ, ਇੱਕ ਹੈ ਸ਼ਾਸਤਰ ਤੇ ਦੂਸਰੀ ਹੈ ਸ਼ਸਤਰ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੋਵੇਂ ਵਿਰਾਸਤਾਂ ਦਿੱਤੀਆਂ। ਸਾਨੂੰ ਪੜ੍ਹਨ ਵਾਸਤੇ
सानू सीखण वास्ते, सानू अध्यात्मी वंड वास्ते, सानू उस अकाल पुरख नाल एकमिक होण वास्ते रब्बी खजाना श्री गुरु ग्रंथ साहिब जी का बख्शिश किया। असी गल करते हाँ बाबा दीप सिंह जी शहीद, उन्होंने महापुरखों की। उन्होंने 70-75 साल की उम्र दे विच जांगे मैदान दे विच आके खंडा वाया। सारी जिंदगी वो बाणी पढ़ते पढ़ाते रहे, गुरबाणी के स्वरूप लिखते रहे, बाणी की सेवा करते रहे, सिंघां नूं पढ़ाउण की सेवा करते रहे। एक चंगे महापुरख, इउं लगता सी कि इन्हां दे विच ते किते वीर रस है ही नहीं। पर कहते जबै बाण लाग्यो तबै रोस जाग्यो। जदों वो रोस जाग्या कि पवित्र हरमंदर साहिब की बेअदबी हो रही है, 75 साल की उम्र दे विच खंडा चक के जंग के मैदान में आए ते लकीर वाह दी कि हुण ये लीग टप्पण का वेला आ गया। जिहड़े है सूरमे आओ मेरे नाल जंग के मैदान दे विच। वो कित्थों आया सी बल? सारी जिंदगी छोटी उम्र दे विच गुरु गोबिंद सिंह महाराज जी की संगत विच गए सन। बाबा दीप सिंह जी बाणी पढ़ी, बाणी लिखी, बाणी सिखाई। ऐसा बल बाणी दे नाल बाबा दीप सिंह जी दे अंदर आ गया। जदों लोड़ पई, जिस उम्र दे विच कहंदे ने बजुर्ग जिहड़े ने निढाल हो जांदे ने, शरीर काम नहीं करदा, उस उम्र दे विच भी ऐसी जौहर दिखाए, ऐसी ताकत दिखाई कि वैरी भी डरते हुए जंग के मैदान विचों भज गए। कि दुनिया ते ये पहला असीं देखिया कौतक कि मरण तो बाद भी इत्थे लड़ते हैं। ये शास्त्रां दी कमाल है, ये बाणी दी कमाल है। ये सानू गुरु साहब ने बख्शिश किया है। बाणी गुरु, गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। गुरबाणी दी जिन्हां ने मन्नी, ये साडे कोले खजाना है। ते जदों असीं अपनी इस विरासत तो भुल गए, साडे अंदर जोश तां होवेगा, साडे अंदर उबाड़ा तां होवेगा, पर वो बहुता समा नहीं। वो जिस तरह बरसात की रुत आउंदी है, बदल चढ़ते ने, मींह पैंदा है ते रुत बदल जाती है, ते फिर अगली रुत आ जाती है। फिर साडे मन की अवस्था भी इसे तरह होएगी, वो लगातार नहीं रहेगी। साडी जिहड़ी बिरती है वो बदल जाएगी। पर जदों असीं एकमिक होके उस अकाल पुरख दे नाल जुड़ांगे, साडे अंदर बाणी दा वासा होवेगा, साडे अंदर वो सहज आएगा, ते फिर ये जिहड़ा रंग लग्या होया ये कदी उतरेगा नहीं। फिर कहते नाम खुमारी नानका चढ़ी रहे दिन रात। फिर वो वीर रस होवेगा, वो क्रोध नहीं होवेगा। इसलिए सानू गुरु साहब ने जो बख्शिश किया है, साडा विरासत का पहला पड़ाव बाणी शास्त्र, वो पढ़ना बहुत जरूरी है। साडे बच्चियां नूं पंजाबी पढ़नी आउणी चाहिए है। इस गल ते असीं हीन भावना ना समझिए। मैं विदेशों में गया, उत्थे देखिया बड़ी लोगों नूं चाहना है कि साडे बच्चे पंजाबी सीखण। वो क्यों होई चाहना? जिहड़े अज पंजाब विच बैठे हैं ना, आपां नूं सारिआं नूं खिच लगी हुई है असीं कनेडा अमेरिका होर विदेशों के विच जाके सैट होईए। जदों असीं चले जाते हैं तो साडी पहली पीढ़ी, साडी दूजी पीढ़ी, जदों असीं उस पीढ़ी नूं वेखदे हैं कि साडे विरसे तो टुट रही है, फिर उत्थे माँ प्यो धाहां मारदे ने कि असीं अपने बच्चों नूं संभालीए। वो कोशिशां करते हैं, पंजाबी दीयां क्लासां लवाउंदे ने, गुरमुखी दीयां क्लासां लवाउंदे ने। फिर असीं जागदे हैं। हुण असीं बैठे हैं विच पंजाब दे, पर फिर भी सानूं ये सोझी नहीं आई। अंग्रेजी सिखो, चंगी गल है, सानूं विदेशी भाषा आउणी चाहिए है, ये माड़ा नहीं। पर असीं अपने विरसे तो क्यों टुट रहे हैं? बच्चों नूं गुरमुखी सिखाइए। विदेशों के विच बहुत जोर लगा हुआ है मापियां नूं गुरमुखी दे नाल बच्चों नूं जोड़न दा, पंजाबी दे नाल जोड़न दा, पर साडे इत्थे तां कोई कोशिश भी नहीं हो रही।
कोई हंबला ही नहीं मार रहे आपां। ते जे असीं पंजाबी ना पढ़ सके, जे असीं गुरमुखी ना पढ़ सके, ते असीं गुरु की गल नूं किवें समझांगे। श्री गुरु ग्रंथ साहिब महाराज जी नूं पढ़ांगे, सानूं अध्यात्मक आउंदा है, साडे अंदर अध्यात्मकता दे गुण आउंदे ने। असीं गुरु ग्रंथ साहिब जी तो अलावा भाई गुरदास जी दीयां वारां पढ़ीए, भाई गुरदास जी दे कवित सवैये पढ़ीए, सूरज प्रकाश ग्रंथ, नानक प्रकाश ग्रंथ, पंथ प्रकाश, श्री गुरु पंथ प्रकाश, महिमा प्रकाश, किन्ने साडे जिहड़े ने ग्रंथ, इतिहासक ग्रंथ ने, उन्हां नूं पढ़ीए। अज साडे सामने इतिहास नूं इस ढंग नाल परोसिया जा रहा है, असीं उह ते विश्वास कर लैंदे। पर जे सानूं ये सोझी होवे, अजकल सारा कुछ तुहाडे हत्थ विच है, इंटरनेट दे उपर सारे ये ग्रंथ जिहड़े ने अपलोड कीते पए ने, पर तुसीं पढ़न वाले ते पढ़ो, आप पढ़ो, फिर पता लगेगा। सो पहला कदम ये कि सतगुरां ने सानू साडी विरासत, सानू गुरबाणी, सानू ऊड़ा ते सानू जूड़ा, ये साडा पहला विरासत का फकर है, असीं इहदे नाल जुड़ीए। ते जदों साडे कोल ये ताकत होवेगी ते खंडा चक्कण लगियां भी साडे विच फिर कोई हिचकिचाहट नहीं होवेगी। 1761 ईस्वी नूं अहमद शाह अब्दाली मरहटियां नूं हरा के वापस लाहौर जा रहा सी। सुनने वाली गल है, जिहड़े वीर बाहर खड़े ने वो भी ध्यान देण। 1761 ईस्वी जनवरी का महीना, अत की ठंड पै रही सी। मरहटियां नूं हरा के अब्दाली लाहौर जा रहा है। गोविंदवाल साहब के कोले ਸਿੰਘਾਂ ने उहदा धन लुट लिया। एक जेतू जरनैल का, ਜਿਹੜਾ ਮਰਹੱਟਿਆਂ ਨੂੰ, बहुत ਵੱਡੇ ਮਰਹੱਟੇ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਸਨ, ਉਹਨਾਂ ਨੂੰ ਹਰਾ ਕੇ ਉਹ ਵਾਪਸ ਜਾ ਰਿਹਾ ਤੇ ਲੁੱਟਿਆ ਹੋਇਆ ਧਨ ਅਬਦਾਲੀ ਦਾ ਸਿੰਘਾਂ ਨੇ ਲੁੱਟ ਲਿਆ। ਇਸ ਗੱਲ ਦੀ ਖਬਰ ਜਦੋਂ ਅਬਦਾਲੀ ਨੂੰ ਲੱਗੀ, ਉਹ ਬੜਾ ਹੈਰਾਨ ਹੋਇਆ ਕਿ ਮੈਂ ਜੇਤੂ ਬਾਦਸ਼ਾਹ, ਮੇਰੇ ਜਿੱਤੇ ਹੋਏ ਧਨ ਨੂੰ, ਦੌਲਤ ਨੂੰ ਇਹਨਾਂ ਸਿੰਘਾਂ ਨੇ ਲੁੱਟ ਲਿਆ। मैं इन्हां ਸਿੰਘਾਂ ਦਾ पूरा खोज मिटा देंगा, खत्म कर देंगा पंजाब चों। उन्हें लाहौर, क्योंकि उन्हें अगे जाना सी, पर वो लाहौर रुकिया। लाहौर तो उन्हें अपनियां सैनिकां दीयां टुकड़ियां भेजियां पंजाब वाल बदला लैण वास्ते। पर लाहौर के नेड़े ही एक पिंड है कान्हा काछा, कान्हा काछा पिंड का नाम है। उथों के 2 सूरमे उठे, एक का नाम है भाई हाठू सिंह ते दूजे का नाम है भाई बागड़ सिंह। तैयार पर तैयार होए, शस्त्र सजाए, घोड़ियां ते सवार होए, लाहौर वाल नूं चल पए। रस्ते विच अबदाली दे जिहड़े फौजी आ रहे सन, उन्हां नाल मुठभेड़ हुई, लड़ाई हुई, बड़ियां नूं मार दिता उन्होंने। पर अखीर लड़ते भिड़ते दोवें सूरमे गिरफ्तार हो गए। उन्होंने फड़ लए, उन्होंने संगल ला के, बेड़ियां ला के लाहौर के किले दे विच पेश किया। अबदाली ने पूछा कि तुसीं की करन आ रहे सो? जवाब मिलिया, तेनू मारन वास्ते। कोई डर नहीं, कोई खौफ नहीं, कोई भय नहीं, बादशाह के सामने कह रहे कि तेनू मारन वास्ते आ रहे सा। की कीता? हाथी दे अगे सुट दिते दोनों। महावत नूं कहा गया कि इहदे उपर हाथी चढ़ाओ, इन्हां नूं मार दिओ। जज्बे की गल है, अंदर बाणी की गल है। इतिहास दसदा है जदों हाथी नेड़े आया तो भाई हाठू सिंह ने एडी जोर की जकारा लाया, हाथी भी डरदा होया पिछे हो गया। उपर पैर नहीं रखिया हाथी ने, बहुत जोर लाया महावत ने, हाथी नूं घेर घेर के लियावे, पर हाथी डर गया। अबदाली आप वेख रहा सी। वो दिन निकलिया। दूजे दिन भाई हाठू सिंह नूं एक पिंजरे दे विच कैद कर दिता, वड्डा पिंजरा, ते उस पिंजरे दे विच शेर नूं छड्ड दिता, खूंखार शेर नूं। हुण ये शेर वाली कहानी कोई एक दो नहीं, सिख धर्म दे नाल बड़ियां एक घटनावां जुड़ियां होईयां ने।
हरी सिंह नलवे ने पता नहीं किन्ने के शेर अपने हथी मारे। शेर नूं बहुत वड्डा आपां ताकतवर समझते हैं कि बड़ा वड्डा है, बड़ी ताकत है उहदे विच। एक बार ते समा ऐसा भी आया जदों ये कह दिता गया कि ठीक है हरी सिंह नलवा जिहड़ा है वो पिंजरे दे शेरां नूं मारदा है, जे वाकई शेर है तो खूंखार शेर नूं मार के दिखावे। महाराजा रणजीत सिंह ने कहा तुहाडी ये भी गल पूरी करांगे, तुसीं खूंखार शेर लियाओ, मेरा शेर भी तैयार है। खूंखार शेर लिआंदा गया जंगल विचों, हरी सिंह नलवा अगे है। फिर उस तरह लड़ाई हुई, लहू लुहान शेर भी होया ते लहू लुहान हरी सिंह नलवा भी होया। जित फिर हरी सिंह नलवे दी हुई। इसे तरह भाई हाठू सिंह लाहौर दे विच शेर दे नाल मुकाबला। उन्होंने सोचा हाथी भज गया पर शेर नूं किवें भजावेगा, शेर मार देवेगा, खा जाएगा। भाई हाठू दे हाथ विच एक सोटा आया, डंडा। इतिहास दसदा है जज्बा उस सोटे दे नाल ही भाई हाठू सिंह ने शेर नूं भी मार दिता, शेर नूं भी मार दिता। ते फिर की कीता उन्होंने? अबदाली बड़ा हैरान होया कि एडा वड्डा सूरमा, एडा वड्डा योधा, ये तो मेरी फौज में होना चाहिए है। पर उहदे एहलकार कहते नहीं, जिहड़ा एडा ज़्यादा खतरनाक है ये तेरे राज भाग नूं खत्म कर देवेगा, इनू मारना ही चंगा होवेगा। फिर की कीता गया? हाथी बुलाए गए, हाथी दे पैरां नूं रस्से बन्ने गए ते वो रस्से आके भाई हाठू सिंह दीआं लत्तां नूं बन्ने गए। दो अलग अलग दिशावां दे विच हाथियां नूं तोड़िया गया, इउं दो फाड़ करके भाई हाठू सिंह नूं शहीद कीता। ये जज्बा है, ये जज्बे नूं सलाम है। हुण देखो ये जज्बा आया कित्थों? बाणी करके, जिन्हां ने बाणी पढ़ी। ये साडा विरासत दा फखर है। असीं अपने शास्त्रां नूं, धर्म ग्रंथां नूं पढ़ीए, पढ़ाईए, बच्चिआं नूं गुरबाणी दे नाल जोड़ीए। अगली गल आपां करदे आ वीरदीप सिद्धू दी ते कंवर नाउ निहाल सिंह दी। इतिहास दसदा है 1 साल तो कुछ क समां उपर कंवर नाउ निहाल सिंह ने राज कीता। शेरे पंजाब महाराजा रणजीत सिंह दे अकाल चलाना करन तो बाद महाराजा खड़क सिंह गद्दी दे उपर बैठे। पर जदों महाराजा खड़क सिंह नज़रबंद होए 9 नवंबर नूं कंवर नाउ निहाल सिंह गद्दी दे उपर बैठे। जिस दिन अपने पिता का संस्कार कर रहे सन, महाराजा खड़क सिंह की जदों डैथ हुई, अपने पिता का संस्कार कर रहे सन कंवर नाउ निहाल सिंह, ध्यान सिंह डोगरा भी उत्थे है। तो उसकी लगातार कोशिश ये है कि महाराजा रणजीत सिंह के परिवार को मैं किस तरह खत्म करा। जे ये परिवार पासे होएगा तो ही मेरा पुत्र इस गद्दी के उपर बैठ सकता है। राणी चंद कौर अपने पति का संस्कार करा रही है। नज़दीक ही खड़ा है कंवर नाउ निहाल सिंह। ध्यान सिंह डोगरे ने अलेक्जेंडर गार्डनर नूं एक सुनेहा भेजिया कि जाके तोपखाने दे विचों 40 सिपाही बिना वर्दी तो लैके आओ, वर्दी ना पवाई जाए। वो की चाल सी ध्यान सिंह दी? इस गल बारे अलेक्जेंडर आप बाद विच लिखदा है कि मैनूं हाले तक भी समझ नहीं आई कि वो क्यों बुलाए गए सी। कहन लगे मैं सिपाही लैण चलिया गया। इधरों ध्यान सिंह डोगरे की गल नूं निहाल सिंह भी समझ गए कि कोई गड़बड़ है। वो भी जल्दी दे नाल उथों खिसके ते महलां नूं आ रहे सन। पर ध्यान सिंह होना ने पहला ही इन्ने किले गड्ढे हुए सन कि जिस ड्योढ़ी दे राही कंवर नाउ निहाल सिंह ने महलां दे विच वड़ना सी, उसका जिहड़ा छज्जा उहदियां दाढ़ां पट दित्तियां सी, उहदे विच बरूद भर दिता सी। ते इशारा ये किया गया कि जदों कंवर नाउ निहाल सिंह उस ड्योढ़ी दे थल्ले आवे, उस बरूद नूं अग ला देनी है।
ਇਹ ਇਸ਼ਾਰਾ ਕਰਨਾ ਸੀ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੇ। ਰੁਮਾਲ ਦੇ ਇਸ਼ਾਰੇ ਦੇ ਨਾਲ ਉਹਨੇ ਇਸ਼ਾਰਾ ਕੀਤਾ ਤਾਂ ਜਦੋਂ ਕੰਵਰ ਨੌ ਨਿਹਾਲ ਸਿੰਘ ਤੇ ਉਦਮ ਸਿੰਘ ਡੋਗਰਿਆਂ ਦਾ ਹੀ ਬੰਦਾ ਸੀ। ਇਹ ਸਾਰੀ ਪਲੈਨਿੰਗ ਪਹਿਲਾਂ ਕੀਤੀ ਜਾ ਚੁੱਕੀ ਸੀ। ਬੜੀ ਕੋਸ਼ਿਸ਼ ਕੀਤੀ ਉਦਮ ਸਿੰਘ ਨੇ ਕੰਵਰ ਨੌ ਨਿਹਾਲ ਸਿੰਘ ਤੋਂ ਹੱਥ ਛਡਾ ਕੇ ਪਾਸੇ ਜਾਣ ਦੀ, ਪਰ ਕੰਵਰ ਨੌ ਨਿਹਾਲ ਸਿੰਘ ਨੇ ਉਹਦਾ ਹੱਥ ਨਹੀਂ ਛੱਡਿਆ। ਜਦੋਂ ਵੀ ਉਹ ਡਿਉੜੀ ਦੇ ਥੱਲੇ ਆਏ, ਬਰੂਦ ਨੂੰ ਅੱਗ ਲਾਈ ਗਈ, ਉਹ ਛੱਜਾ ਡਿੱਗ ਗਿਆ। ਉਦਮ ਸਿੰਘ ਥਾਈ ਮਰ ਗਿਆ। ਕੰਵਰ ਨੌ ਨਿਹਾਲ ਸਿੰਘ ਦੇ ਕੰਨ ਦੇ ਉੱਪਰ ਸੱਟ ਵੱਜੀ, ਸਿਰਫ ਕੰਨ ਦੇ ਉੱਪਰ। ਧਿਆਨ ਸਿੰਘ ਤੇ ਉਹਦੇ ਸਾਥੀ ਉੱਥੇ ਬਿਲਕੁਲ ਤਿਆਰ ਸਨ। ਉਹ ਇਸ ਮੌਕੇ ਦੀ ਭਾਲ ਵਿੱਚ ਸਨ ਕਿ ਕਿਤੇ ਕੰਵਰ ਨੌ ਨਿਹਾਲ ਸਿੰਘ ਜਿਉਂਦਾ ਨਾ ਬਚ ਜਾਵੇ। ਉਹਨਾਂ ਨੇ ਬੜੀ ਛੇਤੀ ਦੇ ਨਾਲ ਕੰਵਰ ਨੌ ਨਿਹਾਲ ਸਿੰਘ ਨੂੰ ਪਾਲਕੀ ਦੇ ਵਿੱਚ ਬਿਠਾਇਆ, ਮਹਿਲਾਂ ਦਾ ਦਰਵਾਜ਼ਾ ਬੰਦ ਕਰ ਦਿੱਤਾ, ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ। ਇੱਕ ਕਮਰੇ ਦੇ ਵਿੱਚ ਲੈ ਗਏ, 2 ਨੌਕਰ ਉਹਦੇ ਨਾਲ ਹੈ। ਇਤਿਹਾਸ ਦੱਸਦਾ ਹੈ ਕੰਵਰ ਨੌ ਨਿਹਾਲ ਸਿੰਘ ਨੇ ਜਦੋਂ ਉਹਦੇ ਸੱਟ ਵੱਜੀ, ਪਾਣੀ ਦੀ ਮੰਗ ਕੀਤੀ, ਪਰ ਪਾਣੀ ਪਿਆਉਣ ਵਾਲਾ ਉੱਥੇ ਕੌਣ ਸੀ? ਕਿਸੇ ਨੇ ਪਾਣੀ ਨਾ ਪਿਆਇਆ। ਇੱਕ ਕਮਰੇ ਵਿੱਚ ਲੈ ਗਏ, ਉੱਥੇ ਫਿਰ ਪਾਣੀ ਦੀ ਮੰਗ ਕੀਤੀ, ਪਰ ਕੀ ਦਿੱਤਾ ਉੱਥੇ ਧਿਆਨ ਸਿੰਘ ਨੇ? ਇੱਕ ਪੱਥਰ ਚੱਕਿਆ, ਪੱਥਰ ਚੱਕ ਕੇ ਕੰਵਰ ਨੌ ਨਿਹਾਲ ਸਿੰਘ ਦੇ ਸਿਰ 'ਚ ਮਾਰ ਕੇ ਉਹਦੀ ਸਿਰ ਦੀ ਮਿੱਝ ਕੱਢ ਦਿੱਤੀ। ਇੱਕ ਐਸਾ ਬਾਦਸ਼ਾਹ ਜਿਹਦੇ ਬਾਰੇ ਅੰਗਰੇਜ਼ੀ ਵਿਦਵਾਨ ਵੀ ਲਿਖਦੇ ਨੇ ਕਿ ਜੇਕਰ ਪੰਜਾਬ ਦੀ ਸੱਤਾ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਕੋਈ ਸੰਭਾਲ ਸਕਦਾ ਸੀ ਤੇ ਉਹ ਕੰਵਰ ਨੌ ਨਿਹਾਲ ਸਿੰਘ ਸੀ। ਕਨਿੰਗਮ ਨੇ ਬੜਾ ਸੋਹਣਾ ਲਿਖਿਆ। ਉਹ ਕਹਿਣ ਲੱਗੇ ਮਹਾਰਾਣਾ ਸਾਂਗਾ ਤੇ ਮਹਾਰਾਣਾ ਪ੍ਰਤਾਪ ਦੇ ਵਿੱਚ ਜੇ ਮਹਾਰਾਜਾ ਉਦੈ ਸਿੰਘ ਨਾ ਹੁੰਦਾ ਤਾਂ ਉਹਦੇ ਗੜ ਦਾ ਜਿਹੜਾ ਇਤਿਹਾਸ ਸੀ ਉਹ ਕੁਝ ਹੋਰ ਹੋਣਾ ਸੀ। ਮਹਾਰਾਣਾ ਪ੍ਰਤਾਪ ਦਾ ਆਪਾਂ ਸੁਣਦੇ ਆ ਨਾ, ਬਹੁਤ ਵੱਡਾ ਯੋਧਾ ਹੋਇਆ, ਪਰ ਕਹਿਣ ਲੱਗੇ ਮਹਾਰਾਣਾ ਸਾਂਗਾ ਤੇ ਮਹਾਰਾਣਾ ਪ੍ਰਤਾਪ ਦੇ ਵਿੱਚ ਜੇ ਉਦੈ ਸਿੰਘ ਨਾ ਹੁੰਦਾ ਉਹਦਾ ਇਤਿਹਾਸ ਕੁਝ ਹੋਰ ਹੋਣਾ ਸੀ। ਇਸੇ ਤਰ੍ਹਾਂ ਕਹਿੰਦੇ ਜੇ ਮਹਾਰਾਜਾ ਰਣਜੀਤ ਸਿੰਘ ਤੇ ਕੰਵਰ ਨੌ ਨਿਹਾਲ ਸਿੰਘ ਦੇ ਵਿਚਾਲੇ ਖੜਕ ਸਿੰਘ ਨਾ ਹੁੰਦਾ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਕ ਸਿੰਘ ਤੇ ਕੰਵਰ ਨੌ ਨਿਹਾਲ ਸਿੰਘ ਦਾ ਪਿਤਾ, ਉਹ ਨਾ ਹੁੰਦਾ ਤੇ ਪੰਜਾਬ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਪੰਜਾਬ ਦਾ ਰਾਜ ਨਾ ਖੁੱਸਦਾ। 18 ਸਾਲ ਦੀ ਉਮਰ ਸੀ ਸਿਰਫ ਕੰਵਰ ਨੌ ਨਿਹਾਲ ਸਿੰਘ ਦੀ, ਤੇ 1 ਸਾਲ ਤੋਂ ਕੁਝ ਦਿਨ ਉੱਪਰ ਉਹਨਾਂ ਨੇ ਰਾਜ ਕੀਤਾ। ਐਡੀ ਦੂਰ ਅੰਦੇਸ਼ੀ ਦੇ ਉਹ ਮਾਲਕ ਸਨ। ਉਹ ਬਹੁਤ ਛੇਤੀ ਡੋਗਰਿਆਂ ਦੀਆਂ ਚਾਲਾਂ ਤੇ ਅੰਗਰੇਜ਼ਾਂ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਸਨ। ਉਹ ਛੱਜਾ ਕੇਵਲ ਨੌ ਨਿਹਾਲ ਸਿੰਘ ਦੇ ਉੱਪਰ ਨਹੀਂ ਡਿੱਗਿਆ, ਉਹ ਛੱਜਾ ਪੰਜਾਬ ਦੀ ਕਿਸਮਤ ਦੇ ਉੱਪਰ ਡਿੱਗਿਆ। ਉਸ ਤੋਂ ਬਾਅਦ ਕੀ ਕੁਝ ਵਾਪਰਿਆ ਇਸ ਸ਼ਾਹੀ ਖਾਨਦਾਨ ਦੇ ਨਾਲ, ਇਤਿਹਾਸ ਤੁਸੀਂ ਵੀ ਜਾਣਦੇ ਹੋ, ਸਭ ਨੇ ਪੜ੍ਹਿਆ ਵੀ ਹੈ, ਸੁਣਿਆ ਵੀ ਹੈ। ਕੁਝ ਕੁ ਦਿਨਾਂ ਦੇ ਵਿੱਚ ਹੀ ਸਾਰਾ ਪਰਿਵਾਰ ਜਿਹੜਾ ਹੈ ਇਹਨਾਂ ਡੋਗਰਿਆਂ ਨੇ ਹੌਲੀ ਹੌਲੀ ਕਰਕੇ ਖਤਮ ਕਰ ਦਿੱਤਾ ਤੇ ਪੰਜਾਬ ਦੇ ਹੱਥੋਂ ਰਾਜ ਭਾਗ ਜਾਂਦਾ ਰਿਹਾ, ਜਿਹੜਾ ਅਸੀਂ ਦੁਬਾਰਾ ਪ੍ਰਾਪਤ ਹੀ ਨਹੀਂ ਕਰ ਸਕੇ। ਜਿਸ ਵੇਲੇ ਕੰਵਰ ਨੌ ਨਿਹਾਲ ਸਿੰਘ ਦੇ ਸੱਟ ਵੱਜੀ, ਮਾਂ ਨੂੰ ਖਬਰ ਮਿਲੀ। ਮਾਂ ਆਈ ਧਾਹਾਂ ਮਾਰਦੀ, ਰਾਣੀ ਚੰਦ ਕੌਰ। ਕੰਵਰ ਨੌ ਨਿਹਾਲ ਸਿੰਘ ਦੀ ਪਤਨੀ ਨੂੰ ਪਤਾ ਲੱਗਾ, ਬੀਬੀ ਨਾਨਕੀ ਨੂੰ, ਉਹ ਆਈ, ਪਰ ਡੋਗਰਿਆਂ ਨੇ ਮਹਿਲ ਦਾ ਦਰਵਾਜ਼ਾ ਹੀ ਨਾ ਖੋਲਿਆ। ਉਹ ਵਿਚਾਰੀਆਂ ਬਾਹਰ ਧਾਹਾਂ ਮਾਰਦੀਆਂ, ਬਿਲਕਦੀਆਂ, ਉੱਥੇ ਹੀ ਰੋਂਦੀਆਂ ਰਹੀਆਂ ਜਿੰਨਾ ਸਮਾਂ ਇਹ ਆਪਣੇ ਮਨਸੂਬੇ ਨੂੰ ਕਾਮਯਾਬ ਨਾ ਕਰ ਸਕੇ। ਇਸੇ ਤਰ੍ਹਾਂ ਦਾ ਕੁਝ ਵਰਤਾਰਾ ਦੀਪ ਸਿੱਧੂ ਦੇ ਨਾਲ ਵਾਪਰਿਆ। ਤੁਸੀਂ ਇਹਨਾਂ ਦੀ ਜੀਵਨੀ ਪੜ੍ਹਿਓ। ਆ ਫੋਟੋ ਦੇ ਉੱਪਰ ਉਹਨਾਂ ਦਾ ਜਨਮ ਦੀ ਤਰੀਕ ਲਿਖੀ ਹੋਈ ਹੈ। ਇਹ ਕਿਉਂਕਿ ਉਸ ਵੇਲੇ ਨੌਜਵਾਨਾਂ ਨੇ ਭਾਵਨਾ ਦੇ ਵਿੱਚ ਤਰੀਕ ਲਿਖ ਦਿੱਤੀ, ਸੰਤ ਜਰਨੈਲ ਸਿੰਘ ਦੇ ਬਰਾਬਰ ਉਮਰ ਦੇ ਨਾਲ ਤੋਲ ਕੇ। ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦੀ ਆਪਣੀ ਤੁਸੀਂ ਤਕਰੀਰ ਸੁਣੋ। ਉਹ ਕਹਿ ਰਹੇ ਨੇ ਕਿ ਮੈਨੂੰ ਸੰਤਾਂ ਦੇ ਬਰਾਬਰ ਨਾ ਕਰੋ। ਅੱਜ ਇਹ ਵਿਵਾਦ ਸਾਡੇ ਵਿੱਚ ਚੱਲ ਰਿਹਾ ਹੈ। ਬੜੇ ਜਿਹੜੇ ਨੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਦੀਪ ਸਿੱਧੂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਰਾਬਰ ਨਾ ਕਰੋ। ਨਹੀਂ, ਕੋਈ ਨਹੀਂ ਕਰ ਰਿਹਾ। ਉਹ ਆਪ ਵੀ ਕਹਿੰਦੇ ਸੀ ਕਿ ਮੈਂ ਸੰਤਾਂ ਦੇ ਪੈਰਾਂ ਵਰਗਾ ਵੀ ਨਹੀਂ, ਉਹ ਬਹੁਤ ਵੱਡੇ ਸਨ, ਮੈਂ ਉਹਨਾਂ ਵਰਗਾ ਨਹੀਂ। ਪਰ ਇੱਕ ਗੱਲ ਨੂੰ ਸਾਨੂੰ ਉਹਨਾਂ ਨੂੰ ਸਲਾਮ ਕਰਨੀ ਪਵੇਗੀ, ਵੀਰ ਦੀਪ ਸਿੱਧੂ ਦੇ ਜਜ਼ਬੇ ਦੀ। ਅੱਜ ਅਸੀਂ ਆਪਣੀਆਂ ਨੌਕਰੀਆਂ ਤੱਕ ਸੀਮਤ ਹੋ ਗਏ। ਅਸੀਂ ਆਪਣੇ ਇਸ
मतलब तक सीमित हो गए कि मेरा मतलब निकलिया मैं किसी तो की लैना, कल नूं मेरी नौकरी नूं खतरा ना होवे, मैं किसी पार्टी के खिलाफ नहीं बोलना, क्योंकि कल नूं जे इन्हां दी पार्टी की सरकार बन गई तो मेरी नौकरी नूं खतरा होवेगा। ये सच है, अजकल इस तरह हो चुका है। पर एक बंदा जिहड़ा अपना सारा कुछ, एक चंगा कारोबार, पूने दे विचों ला दी पढ़ाई की, फिर यूके तो जाके ला दी पढ़ाई करके आए, तो चंगे वकील सन, चंगी मेहनत की, चंगा पैसा कमाया, चंगी शौहरत सी, फिल्मां दे विच चंगा नाम कमाया, फिर की लोड़ पई इन्हां नूं, क्यों आए? एक गल याद रखियो, अज असीं संत भिंडरां वालियां दा नाम बड़े सत्कार नाल लैंदे आ। वो समा याद करो 84 दे विच जिहड़े अज संतां दीयां बरसियां मनाउंदे ना, उन्हां ने भी संत जरनैल सिंह नूं गद्दार ऐलानिया सी, उन्हां ने भी संत जरनैल सिंह नूं कांग्रेस दा एजेंट कहा सी, ते उन्हां ने भी संत जरनैल सिंह दे उपर इल्जाम लाए सन। ये साडी फितरत है, असीं जिउंदे बंदे दी कदर नहीं करते। ये गल दीप सिद्धू ने भी कही सी, असीं बरसियां ते इकट्ठ कर लैंदे आ, लखां दा इकट्ठ हुंदा है, दीप सिद्धू दे संस्कार ते भी लखां दा इकट्ठ, इन्हां दे भोग ते भी लखां दा इकट्ठ असीं कीता, पर जिउंदे जी ते असीं गद्दार किया ना। 26 जनवरी नूं जिस दिन लाल किले दे उपर केसरी निशान चढ़ाया, उस दिन मैं विदेश विच सां। विदेश दे विच लोकां दे विच ऐसा जोश कि अज साडा खालस, साडे नौजवानां दे विच जिहड़े कहंदे आ कि नौजवान पतत हो चुके ने, इन्हां अंदरों सिੱਖੀ दा जज्बा खत्म हो चुका है, इन्हां दे अंदर इन्हां ਦੀਆਂ रगां दे विच खून दी जगह ते चिट्टा आ चुकिया है। उन्हां नौजवानां दा जज्बा वेख के सारे उत्थे आश-आश कर उठे, पर साडे लीडरां ने की दिता? जिहड़े आगू सी वीर दीप सिद्धू नूं उन्हां ने उसे दिन गद्दार ऐलान दिता। किहड़ी गद्दारी कीती सी इहने? वो कोई गद्दारी थोड़ा सी, वो जज्बा सी। सरकार साडे नाल धक्का कर रही सी, असीं धक्का सही जाइए। जिस वेले ये 3 काले कानूनां दे खिलाफ पंजाब दे विच रोस मार्च शुरू होए, दिल्ली जाण दा प्रोग्राम उलीकिया गया, ते साडे लीडर बार्डरां ते बह गए, बार्डरां तो अगे नहीं वधे। जे ये मोर्चा दिल्ली तक पहुंचा तो वीर दीप सिद्धू लैके गया सी, ये उहदी कमाई है, दिल्ली तक ले जाना, फिर भी उस मोर्चे नूं चलदा रखना। जदों उन्हां लीडरां ने यह देखिया कि ये बंदा लगातार हाईलाइट हो रहा है, उपर नूं आ रहा, नौजवानों के विच इहदी पकड़ बहुत ज़्यादा है, सारियां ने एक मीटिंग करके इहदा बाईकाट कर दिता। 70 दिन जेल कट के आया। जेल कट्टण तो बाद भी किसी ते कोई गिला नहीं, कोई शिकवा नहीं, पर बार बार इहो कहता रहा कि मैं गद्दार नहीं, मैनू गद्दार ना कहो, मैं पंजाब दे हक की गल करदा। ये दिल्ली विच बैठे हुए सारे पंजाब नूं खत्म करन दी गल कर रहे ने। साडे पाणियां ते डाका ये होना सी, आ हो गया। हुण जो नंगल डैम के उपर पंजाब का हक है पानी का, क्योंकि जे वो पानी की मार पैंदी है तो सब तो पहला पंजाब के उपर पैंदी है। इन्होंने की किया, सरस्वती नां दी एक नदी जिहड़ी कि जीरकपुर के नेड़ दी कढ़ के नंगल डैम का जिहड़ा पानी है, भाखड़ा डैम का जिहड़ा पानी है, उस नदी राही लैके पंजाब तो बाहर लैके जाना है। उसकी सारी रूपरेखा तैयार हो चुकी है। जिहड़े पानी की असीं गल करते ना कि साडे कोले पानी है, वो साडा पानी खो के ले जाण नूं तैयार नहीं। कल्ला एक नहीं, पंजाब तो बाहरों कोई राजस्थान तो कोई किसी होर स्टेट तो आके पंजाब दे विच अपनी प्रॉपर्टी लै सकदा है। पंजाब दा बंदा पूरे हिंदुस्तान च किते भी अपनी प्रॉपर्टी नहीं लै सकदा। बड़े इस तरह के धक्के जिहड़े ने साडे नाल हो रहे ने, ते असीं फिर भी उन्हां लीडरां दे पिछे 70 साल तो लगातार तुरदे आ रहे हैं कि साडे ये आ साडे वो।
ਤੇ ਅੱਗੋਂ ਅਸੀਂ ਕਹਿੰਦੇ ਅਸੀਂ ਤਾਂ ਕੱਟੜ ਹਾਂ ਜੀ। ਕੱਟੜ ਰਹੋ, ਪਰ ਸਾਡੇ ਹੱਕਾਂ ਦੀ ਗੱਲ ਤਾਂ ਹੋਵੇ। ਸਾਡੇ ਪਾਣੀਆਂ ਦੀ, ਸਾਡੇ ਬੜੇ ਮੁੱਦੇ ਨੇ। ਇਸੇ ਕਰਕੇ ਦੀਪ ਲੋਕਾਂ ਦੇ, ਨੌਜਵਾਨਾਂ ਦੇ ਦਿਲਾਂ ਦੇ ਵਿੱਚ ਵਸਿਆ ਕਿ ਉਹਨੇ ਸਾਡੇ ਹੱਕਾਂ ਦੀ ਗੱਲ ਕੀਤੀ ਨਾ। ਇਹ ਨਾ ਦੇਖੋ ਕਿਸੇ ਦਾ ਇੱਕ ਨੈਗੇਟਿਵ ਪੱਖ ਨਾ ਦੇਖੋ, ਕਿਉਂਕਿ ਜਿਉਂਦੇ ਜੀ ਅਸੀਂ ਹਰੇਕ ਦੀ ਨਿਰਾਦਰੀ ਕਰਦੇ ਹਾਂ, ਉਹਦੇ ਜਾਣ ਤੋਂ ਬਾਅਦ ਹੀ ਅਸੀਂ ਉਹਨੂੰ ਪਛਾਣਦੇ ਹਾਂ। ਸੋ ਇਹ ਜਜ਼ਬਾ ਸਾਡੇ ਨੌਜਵਾਨਾਂ ਦੇ ਵਿੱਚ ਵੀਰਦੀਪ ਸਿੱਧੂ ਨੇ ਭਰਿਆ, ਇਸ ਲਈ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਹਾਂ। ਇਕੱਲੇ ਆਪਣੇ ਇਸ ਨਗਰ ਦੇ ਵਿੱਚ ਨਹੀਂ, ਹੋਰ ਵੀ ਪੂਰੇ ਦੁਨੀਆ ਦੇ ਵਿੱਚ ਥਾਂ ਥਾਂ ਤੇ ਵੀਰਦੀਪ ਸਿੱਧੂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੇ ਨਾਮ ਤੇ ਉਹਨਾਂ ਦੇ ਭੋਗ ਪਾ ਰਹੇ ਹਾਂ। ਸੋ ਇੱਕ ਸੱਚੀ ਸ਼ਰਧਾਂਜਲੀ ਇਹੋ ਹੀ ਆ। ਕੇਵਲ ਇੱਥੇ ਇਹਨੂੰ ਇਉਂ ਨਾ ਸਮਝ ਲਿਓ ਕਿ ਅਸੀਂ ਭੋਗ ਪਾਇਆ ਤੇ ਅਸੀਂ ਬੜਾ ਵੱਡਾ ਕਾਰਜ ਕਰ ਲਿਆ। ਅਸੀਂ ਕੁਝ ਦਈਏ, ਕਿਉਂਕਿ ਉਹ ਪੰਥ ਨੂੰ ਸਮਰਪਿਤ ਸੀ ਤੇ ਅਸੀਂ ਵੀ ਪੰਥ ਨੂੰ ਸਮਰਪਿਤ ਹੋਈਏ। ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਹੈ, ਪਰ ਇਸ ਜੋਸ਼ ਨੂੰ ਕਾਇਮ ਰੱਖੀਏ। ਅਸੀਂ ਦਾੜੇ ਵੀ ਰੱਖੀਏ, ਅਸੀਂ ਕੇਸ ਵੀ ਰੱਖੀਏ। ਹੁਣ ਕਈ ਇਹ ਗੱਲਾਂ ਕਰਦੇ ਨੇ ਕਿ ਜੀ ਤੁਸੀਂ ਇਉਂ, ਉਹ ਤਾਂ ਪਤਤ ਸੀ, ਉਹਦੇ ਕੇਸ ਕੱਟੇ ਹੋਏ ਨੇ, ਕਿਉਂ ਸਾਰਾ ਪੰਥ ਉਹਦੇ ਮਗਰ ਲੱਗ ਤੁਰਿਆ? ਸੱਚ ਜਾਣਿਓ, ਜਿਸ ਦਿਨ ਰਾਤ ਨੂੰ ਇਹ ਖਬਰ 9:45 ਵਜੇ ਆਈ ਸੋਸ਼ਲ ਮੀਡੀਆ ਦੇ ਰਾਹੀਂ ਕਿ ਦੀਪ ਸਿੱਧੂ ਨਹੀਂ ਰਹੇ, ਉਸ ਤੋਂ ਅਗਲੇ ਅੱਧੇ ਪੌਣੇ ਘੰਟੇ ਦੇ ਬਾਅਦ ਜਦੋਂ YouTube ਦੇ ਉੱਪਰ ਜਾਂ WhatsApp ਦੇ ਉੱਪਰ ਜਿੱਥੇ ਵੀ ਕਿਤੇ ਵੇਖੀਏ ਵੀਰਦੀਪ ਸਿੱਧੂ, ਦੀਪ ਸਿੱਧੂ, ਹਰ ਬੰਨੇ ਇਹੋ ਹੀ ਹਾਲ, ਇਉਂ ਲੱਗ ਰਿਹਾ ਸੀ ਕਿ ਅੱਜ ਇੱਕ ਸੱਚਾ ਯੋਧਾ ਸਾਡੇ ਵਿੱਚੋਂ ਚਲਿਆ ਗਿਆ। ਅਸੀਂ ਉਹਨੂੰ ਮਿਲੇ ਵੀ ਨਹੀਂ, ਕਿਤੇ ਕੋਈ ਰਾਬਤਾ ਵੀ ਨਹੀਂ ਹੋਇਆ, ਪਰ ਇਉਂ ਲੱਗ ਰਿਹਾ ਸੀ ਕਿ ਸਾਰੇ ਪੰਜਾਬ ਨੂੰ ਰਵਾ ਗਿਆ। ਸਾਰਾ ਪੰਜਾਬ ਸਵੇਰ ਚੜਿਆ, ਜਿਹਦੇ ਨਾਲ ਵੀ ਗੱਲ ਹੋਈ ਇੱਕੋ ਹੀ ਗੱਲ ਹਰ ਇੱਕ ਦੇ ਬੁੱਲਾਂ ਦੇ ਉੱਪਰ ਸੀ ਕਿ ਇਹ ਇੱਕ ਧੱਕਾ ਹੋਇਆ, ਇਹ ਨਾਰਮਲ ਐਕਸੀਡੈਂਟ ਨਹੀਂ ਸੀ, ਇਹ ਏਜੰਸੀਆਂ ਵੱਲੋਂ ਮਰਵਾਇਆ ਗਿਆ। ਪੂਰਾ ਪੰਜਾਬ ਰੋਇਆ, ਪੂਰੀ ਦੁਨੀਆ ਰੋਈ। ਕੀ ਸੀ ਉਹਦੇ ਵਿੱਚ? ਉਹਨੇ ਕੋਈ ਚੋੜਾ ਨਹੀਂ ਪਾਇਆ ਸੀ, ਉਹਨੇ ਕਿਰਪਾਨ ਵੀ ਨਹੀਂ ਪਾਈ ਸੀ, ਉਹਨੇ ਹੱਥ ਵਿੱਚ ਵੀ ਕਿਰਪਾਨ ਨਹੀਂ ਫੜੀ ਸੀ, ਪਰ ਉਹਦੇ ਬੋਲਾਂ ਵਿੱਚ ਇੰਨਾ ਦਮ ਸੀ, ਉਹਦੇ ਅੰਦਰ ਐਸਾ ਜਜ਼ਬਾ ਸੀ ਕਿ ਸਾਰੇ ਹੀ ਉਹਦੇ ਬਣ ਗਏ। ਉਹਦੇ ਜਾਣ ਦਾ ਦੁੱਖ ਸਭ ਨੂੰ ਹੋਇਆ। ਮੈਂ ਇਹੋ ਹੀ ਬੇਨਤੀ ਸਾਰੇ ਨੌਜਵਾਨ ਵੀਰਾਂ ਨੂੰ ਕਰਾਂਗਾ ਕਿ ਉਹਦੇ ਜਜ਼ਬੇ ਨੂੰ ਸਲਾਮ ਇਹੋ ਹੀ ਹੋਵੇਗੀ, ਤੁਸੀਂ ਕੇਸ ਦਾੜੀ ਰੱਖੋ, ਤੁਸੀਂ ਗੁਰਬਾਣੀ ਪੜ੍ਹੋ, ਤੁਸੀਂ ਗੁਰੂ ਨਾਲ ਜੁੜੋ। ਇਹੋ ਹੀ ਸੱਚੀ ਸ਼ਰਧਾਂਜਲੀ ਵੀਰਦੀਪ ਸਿੱਧੂ ਨੂੰ ਹੋਵੇਗੀ, ਤਾਂ ਹੀ ਆਪਣੇ ਇਹ ਪ੍ਰੋਗਰਾਮ ਜਿਹੜੇ ਮਨਾਏ ਨੇ ਉਹ ਸਫਲ ਹੋ ਸਕਦੇ ਨੇ। ਸੋ ਬਹੁਤ ਬਹੁਤ ਧੰਨਵਾਦ ਸਾਰੇ ਨਗਰਾਂ ਦਾ, ਸਮੂਹ ਨਗਰ ਨਿਵਾਸੀਆਂ ਦਾ, ਬਾਬਾ ਜੀਆਂ ਦਾ, ਜਿੰਨੇ ਵੀ ਨੌਜਵਾਨ ਵੀਰਾਂ ਨੇ ਇਹ ਪ੍ਰੋਗਰਾਮ ਉਲੀਕਿਆ। ਸਤਿਗੁਰੂ ਜੀ ਕਿਰਪਾ ਕਰਨ, ਸਮੱਤ ਬਖਸ਼ਣ, ਅਸੀਂ ਵੀ ਗੁਰਸਿੱਖੀ ਦਾ ਕਿਣਕਾ ਆਪਣੇ ਅੰਦਰ ਲੈ ਕੇ ਅੱਗੇ ਚੱਲ ਸਕੀਏ। ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।